चल रही गुरबाणी शब्द की विचार जो गुर किरपा द्वारा आप सारे रल मिल के करते हाँ। जिन्नी क सोझी गुरबाणी बख्शदी है उन्नी क विचार की जाती है। जे किसी गुरमुख कोल होर भी वध तो वध सोझी है वो जरूर सांझी करे ताकि गुरमुखां दे अंदर सांझ होनी सब तो बहुत जरूरी है। जिवें पातशाह भी कहते हैं भी जे गुण होवन साजना मिल सांझ करीजै। भी सांझ करनी बहुत जरूरी है। सो अज का जो विचार है जिसकी विचार सांझ आप सारे रल मिल के करांगे। पातशाह कहते कुदरत कवन कहा विचार वारिया ना जावा एक बार। जिमें दो वचनों की विचार तुसी सारे जरूर करियो। एक वचन पिछे आप पढ़िया सी उहदे विचों दा मन्नै मग न चलै पंथ। तकरीबन सारे ही इस तरह ही पढ़ते हैं पर असल विच जदों असी इस तरीके नाल पढ़ते हैं फिर उसका कोई अर्थ भाव नहीं बनता जो साडे अंतरात्मे सुग्यान पैदा करे। तो जदों असी उस शब्द नूं पढ़ते हैं मन्ने मां गुण चलै पंथ, फिर जिहड़ा अगला वचन है उसका साडे ते प्रभाव पैंदा है। मन्नै धर्म सेती सनबंध कि जदों साडी सुरत हुक्म नूं मनदी है मन्नै मन रही है मागुण कि जिहड़े माया दा गुणा वाला रस्ता है मन्नै मागुण चलै पंथ, फिर वो माया वाले रस्ते ते नहीं चलती। ਜਿਹੜੇ ਮਾਇਆ ਦੇ ਤਿੰਨ ਗੁਣ ਨੇ ਨਾ ਰਜੋ ਤਮੋ ਸਤੋ ਉਹਨਾਂ ਗੁਣਾਂ ਨੂੰ ਧਾਰ ਨਹੀਂ ਕਰਦੀ। ਫਿਰ ਉਹ ਚੱਲੇ ਪੰਥ ਜਿਹੜਾ ਨਿਰਾਕਾਰੀ ਰਸਤਾ ਹੈ ਨਿਰਾਕਾਰੀ ਗੁਣ ਨੇ ਫਿਰ ਉਸ ਰਸਤੇ ਤੇ ਤਾਂ ਚੱਲਦੀ ਹੈ। ਉੱਥੇ ਪੰਥ ਦੇ ਥੱਲੇ ਵੀ ਔਂਕੜ ਹੈ ਤੇ ਜਦੋਂ ਉਸ ਮਾਰਗ ਤੇ ਚੱਲਦੀ ਹੈ ਮਾਰਗ ਦੋ ਨੇ ਇੱਕ ਤਾਂ ਸੰਸਾਰ ਦਾ ਮਾਰਗ ਵੀ ਹੈ ਇੱਕ ਨਿਰਾਕਾਰੀ ਮਾਰਗ ਹੈ। ਫਿਰ ਮੰਨੈ ਧਰਮ ਸੇਤੀ ਸੰਬੰਧ ਹੈ। ਇੱਕ ਰਸਤਾ ਛੱਡਾਂਗੇ ਤਾਂ ਹੀ ਦੂਜੇ ਰਸਤੇ ਤੇ ਚੱਲਾਂਗੇ ਨਾ। ਫਿਰ ਅਸੀਂ ਧਰਮ ਦਾ ਜਿਹੜਾ ਸੱਚ ਬੋਲਣ ਵਾਲਾ ਰਸਤਾ ਹੈ ਉਹ ਤੇ ਚੱਲਾਂਗੇ ਤਾਂ ਸਾਡਾ ਸੰਬੰਧ ਪੈਦਾ ਹੋਣਾ ਉਹਨਾਂ ਸੱਚ ਵਾਲਿਆਂ ਨਾਲ। ਇਸੇ ਤਰ੍ਹਾਂ ਹੀ ਇਹ ਵਚਨ ਇੱਥੇ ਵੀ ਹੈ ਕਿ ਕੀਤਾ ਪਸਾਓ ਇੱਕੋ ਕਵਾਓ ਕਿ ਇੱਕੋ ਇੱਕ ਜਿਹੜਾ ਪਸਾਰਾ ਹੋਇਆ ਇਸ ਭਵਸਾਗਰ ਬਣਿਆ ਜੋ ਵੀ ਰਚਨਾ ਰਚੀ ਗਈ ਹੈ ਉਸ ਇੱਕੋ ਇੱਕ ਹੁਕਮ ਤੋਂ ਰਚਨਾ ਰਚੀ ਗਈ ਹੈ। ਉਸੇ ਹੀ ਮਾਰਗ ਦੇ ਉੱਪਰ ਉਸੇ ਹੀ ਹੁਕਮ ਨੂੰ ਪ੍ਰਾਪਤ ਕਰਨ ਵਾਸਤੇ ਅਸੀਂ ਇਸ ਭਵਸਾਗਰ ਵਿੱਚ ਚੱਲਣ ਵਾਸਤੇ ਆਏ। ਸੋ ਇਸ ਤਰੀਕੇ ਨਾਲ ਬਹੁਤ ਬਚਨ ਨੇ ਗੁਰਬਾਣੀ ਦੇ ਅੰਦਰ ਜਿਹੜੇ ਮਿਸਪ੍ਰਿੰਟ ਹੋ ਗਏ ਜਾਂ ਅੱਗੇ ਪਿੱਛੇ ਜੁੜ ਗਏ। ਸੋ ਉਹਨਾਂ ਦੀ ਵਿਚਾਰ ਜ਼ਰੂਰ ਕਰਨੀ ਚਾਹੀਦੀ ਹੈ। ਫਿਰ ਵਿਚਾਰ ਦੇ ਵਿੱਚੋਂ ਹੀ ਸਮਝ ਲੱਗਦੀ ਹੈ ਵੀ ਵਾਕਈ ਇੱਥੇ ਗੱਲ ਇਹ ਹੈ ਕਿਉਂਕਿ ਬਹੁਤ ਥਾਵਾਂ ਤੇ ਸ਼ਬਦ ਆਉਂਦਾ ਹੈ ਜਿੱਥੇ ਮੱਘ ਸ਼ਬਦ ਵੀ ਆਉਂਦਾ ਰਸਤੇ ਦੇ ਪ੍ਰਤੀਕ 'ਚ ਆਉਂਦਾ ਉੱਥੇ ਮੰਮਾ ਗੱਗੇ ਨੂੰ ਸਿਹਾਰੀ ਪਾਈ ਹੋਈ ਹੈ। ਉੱਥੇ ਮੱਘ ਹੀ ਹੋਊਗਾ ਉੱਥੇ ਰਸਤਾ ਹੀ ਹੋਊਗਾ। ਜਿੱਥੇ ਕੱਲਾ ਮੱਘ ਸ਼ਬਦ ਆਉਂਦਾ ਮੰਮਾ ਗੱਗਾ ਗੱਗੇ ਨੂੰ ਔਂਕੜ ਉੱਥੇ ਵੀ ਰਸਤਾ ਹੀ ਹੈ ਪਰ ਇੱਥੇ ਨੰਨਾ ਨੈਗੇਟਿਵ ਨਾਲ ਲਾਇਆ ਸੀ ਪਾਤਸ਼ਾਹ ਨੇ। ਇਸੇ ਤਰੀਕੇ ਨਾਲ ਹੀ ਇਹਦੀ ਵਿਚਾਰ ਕਰਨੀ ਜ਼ਰੂਰੀ ਹੈ। ਜੇ ਕਿਸੇ ਕੋਲ ਵੱਧ ਵਿਚਾਰ ਹੋਵੇ ਤਾਂ ਦਾਸ ਨਾਲ ਜ਼ਰੂਰ ਸਾਂਝੀ ਕਰੇ। ਸੋ ਅਗਲਾ ਬਚਨ ਹੈ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ। ਹੁਣ ਇਸ ਪਦੇ ਦੇ ਲਾਸਟ ਵਿੱਚ ਪਾਤਸ਼ਾਹ ਕਹਿੰਦੇ ਆ ਜਿਹੜੀ ਉੱਪਰ ਵਿਚਾਰ ਕਰਕੇ ਆਏ ਕਿ ਹੇ ਪਰਮੇਸ਼ਰ ਤੇਰੀ ਜਿਹੜੀ ਕੁਦਰਤ ਹੈ ਕੁਦਰਤ ਹੁੰਦੀ ਹੈ ਜਿਹੜੀ ਰਚਨਾ ਰਚੀ ਗਈ ਹੈ ਜੋ ਹੁਕਮ ਦੇ ਦੁਆਰਾ ਸ੍ਰਿਸ਼ਟੀ ਰਚੀ ਗਈ ਹੈ ਇਹਦੀ ਵੀ ਕੋਈ ਕੀ ਵਿਚਾਰ ਕਰੇ।
ਕੀ ਕਹਾਂ ਇਹਦੇ ਬਾਰੇ ਵਿਚਾਰ ਕੇ, ਕਿਉਂਕਿ ਜਿਹੜੀ ਰਚਨਾ ਇਹਦਾ ਵੀ ਕੋਈ ਅੰਤ ਨਹੀਂ ਹੈ। ਇੰਨਾ ਪਸਾਰਾ ਹੈ, ਕੋਈ ਵੀ ਜਾਣ ਨਹੀਂ ਸਕਦਾ, ਤੇ ਇੰਨਾ ਬੁੱਧ ਬਲ ਕਿਸੇ ਕੋਲ ਹੈ ਹੀ ਨਹੀਂ ਕਿ ਕੋਈ ਇਹਦੀ ਵਿਚਾਰ ਕਰ ਸਕੇ। ਜਿਵੇਂ ਵਿਗਿਆਨ ਵੀ ਖੋਜ ਕਰਦਾ ਹੈ। ਹੁਣ ਪਾਤਸ਼ਾਹ ਨੇ ਪਰਮੇਸ਼ਰ ਨੇ ਆਕਸੀਜਨ ਤੇ ਹਾਈਡਰੋਜਨ ਬਣਾਈ ਹੈ, ਪਰ ਆਕਸੀਜਨ ਤੇ ਹਾਈਡਰੋਜਨ ਨੂੰ ਮਿਲ ਕੇ ਪਾਣੀ ਬਣ ਜਾਂਦਾ ਹੈ ਦੋਨੋਂ ਹੀ ਗੈਸਾਂ। ਇਹਦੇ ਪਾਣੀ ਕਿਵੇਂ ਬਣ ਗਿਆ? ਇਹ ਗੈਸਾਂ ਕਿੱਥੋਂ ਬਣੀਆਂ? ਇਹ ਕੋਈ ਨਹੀਂ ਦੱਸ ਸਕਦਾ, ਤੇ ਜੇ ਕੋਈ ਦੱਸੇਗਾ ਤਾਂ ਉਸ ਤੇ ਹੋਰ ਸਵਾਲ ਖੜਾ ਹੋ ਜਾਵੇਗਾ। ਕਾਰਬਨ ਡਾਈਆਕਸਾਈਡ ਗੈਸ ਹੈ, ਉਹ ਜਲਣਸ਼ੀਲ ਹੈ, ਅੱਗ ਗਰਮ ਹੈ, ਬਰਫ਼ ਠੰਡੀ ਹੈ, ਤੇ ਜੇ ਤੁਸੀਂ ਪਾਣੀ ਨੂੰ ਹੱਥ ਲਾਓ ਤਾਂ ਪਾਣੀ ਠੰਡਾ ਨਹੀਂ ਹੈ, ਪਰ ਪਾਣੀ ਜਦੋਂ ਬਦਲਵੇਂ ਰੂਪ 'ਚ ਹੁੰਦਾ, ਬਰਫ਼ ਬਣ ਜਾਂਦਾ, ਉਹ ਠੰਡਾ ਹੋ ਜਾਂਦਾ। ਕਿਉਂ? ਸੋ ਇਹਨਾਂ ਸਵਾਲਾਂ ਦਾ ਜਵਾਬ ਸਾਡੇ ਕੋਲ ਕੋਈ ਨਹੀਂ ਹੈ, ਪਰ ਪਰਮੇਸ਼ਰ ਕੋਲ ਹੈ, ਤੇ ਉਹਨਾਂ ਕੋਲ ਹੈ ਜੋ ਪਰਮੇਸ਼ਰ ਨਾਲ ਇੱਕਮਿਕ ਨੇ, ਜੋ ਹੁਕਮ ਅਨੁਸਾਰੀ ਨੇ। ਉਹਨਾਂ ਕੋਲ ਵੀ ਇਹਨਾਂ ਸਵਾਲਾਂ ਦਾ ਜਵਾਬ ਹੈ, ਪਰ ਉਹ ਇਹਨਾਂ ਦੇ ਸਵਾਲਾਂ ਦੇ ਜਵਾਬ ਦੇਣ ਵਾਲੇ ਪਾਸੇ ਨਹੀਂ ਗਏ। ਉਹ ਕਹਿੰਦੇ ਸਾਡਾ ਇਹ ਮਾਰਗ ਨਹੀਂ ਹੈ, ਇਹ ਮਾਇਆ ਦਾ ਰਸਤਾ ਹੈ, ਅਸੀਂ ਮਾਇਆ ਦੇ ਰਸਤੇ ਤੇ ਨਹੀਂ ਜਾਣਾ। ਅਸੀਂ ਜਿਹੜਾ ਰਸਤਾ ਪ੍ਰਾਪਤ ਕਰਨ ਵਾਸਤੇ ਆਏ ਹਾਂ, ਅਸੀਂ ਉਸ ਮਾਰਗ ਤੇ ਚੱਲਣਾ। ਸੋ ਇਹ ਪਰਮੇਸ਼ਰ ਦੀ ਆਪਣੀ ਮਰਜ਼ੀ ਹੈ। ਜਿਵੇਂ ਪਾਤਸ਼ਾਹ ਕਹਿੰਦੇ ਆਪਣੀ ਕੁਦਰਤ ਜਾਣਾ ਹੈ ਆਪ ਹੀ, ਉਹ ਆਪ ਹੀ ਜਾਣਦਾ। ਜਿਹੜੀ ਰਚਨਾ ਉਹਨੇ ਰਚੀ ਹੈ ਉਹਨੂੰ ਜਾਣਦਾ, ਜਿਹੜੀ ਰਚਨਾ ਅਸੀਂ ਖੁਦ ਰਚੀ ਹੋਈ ਹੈ ਉਹਦੇ ਬਾਰੇ ਅਸੀਂ ਵੀ ਜਾਣਦੇ ਹਾਂ। ਸਾਡੀ ਵੀ ਇੱਕ ਰਚਨਾ ਰਚੀ ਹੋਈ ਹੈ, ਸਾਡੇ ਮੂਲ ਨੇ ਆਪਣਾ ਮਨ ਪੈਦਾ ਕੀਤਾ। ਇੱਕ ਪਰਮੇਸ਼ਰ ਦਾ ਆਪਣਾ ਮਨ ਹੈ, ਪਰਮੇਸ਼ਰ ਦਾ ਮਨ ਉਹ ਆਪਣੇ ਮਨ ਨੂੰ ਜਾਣੇ। ਜਿਵੇਂ ਪਾਤਸ਼ਾਹ ਕਹਿੰਦੇ ਸਰਬ ਕੀ ਚਿੰਤਾ ਜਿਸ ਮਨ ਮਾਹੇ, ਉਹਨੂੰ ਸਾਰੇ ਸ੍ਰਿਸ਼ਟੀਆਂ ਦੀ ਚਿੰਤਾ, ਇਹਦਾ ਮਤਲਬ ਉਹਦੇ ਅੰਦਰ ਵੀ ਮਨ ਹੈ, ਉਹਦੀ ਵੀ ਇੱਛਾ ਹੈ। ਇੱਕ ਜਿਹੜੀ ਹੈ ਜੋਤ ਭਵ ਸਾਗਰ ਚਾਹੀਏ, ਇਹਦੀ ਆਪਣੀ ਇੱਛਾ ਵੀ ਹੈ, ਇਹਦਾ ਆਪਣਾ ਮਨ ਵੀ ਹੈ, ਇਹਦੀ ਆਪਣੀ ਰਚਨਾ ਵੀ ਹੈ, ਇਹਦਾ ਆਪਣੀ ਕੁਦਰਤ ਵੀ ਹੈ। ਸਾਨੂੰ ਆਪਣੀ ਕੁਦਰਤ ਬਾਰੇ ਪਤਾ ਹੈ। ਸਾਡੀ ਕੁਦਰਤ ਕੀ ਹੈ? ਸਾਡੀ ਸੋਚ ਹੈ, ਕਿੱਥੋਂ ਤੱਕ ਸਾਡੀ ਸੋਚ ਦਾ ਦਾਇਰਾ ਸਾਨੂੰ ਪਤਾ ਹੈ। ਪਰਮੇਸ਼ਰ ਦੀ ਸੋਚ ਹੈ ਸਾਰੀ ਸ੍ਰਿਸ਼ਟੀਆਂ ਦੇ ਉੱਪਰ ਹੈ, ਜਿੱਡਾ ਕੋਈ ਵੱਡਾ ਉਹਦੀ ਉੱਡੀ ਵੱਡੀ ਉਹ ਸੋਚ ਹੈ। ਸੋ ਆਪਣੀ ਕੁਦਰਤ ਜਾਣੇ ਆਪੀ, ਅਸੀਂ ਆਪਣੀ ਕੁਦਰਤ ਨੂੰ ਜਾਣਦੇ ਹਾਂ। ਹਰ ਇੱਕ ਨੂੰ ਪਤਾ ਆਪ ਦੇ ਅੰਦਰ ਕੀ ਵਿਚਾਰ ਚੱਲਦੇ, ਉਹ ਕੀ ਸੋਚ ਰਿਹਾ, ਚੰਗਾ ਸੋਚਦਾ ਹੈ, ਮਾੜਾ ਸੋਚਦਾ, ਉਹਦੀ ਸੋਚ ਦੇ ਵਿੱਚ ਵਿਸ਼ਾਲਤਾ ਹੈ ਜਾਂ ਸੁੰਗੜਤਾ ਹੈ, ਹਰ ਇੱਕ ਨੂੰ ਪਤਾ ਹੈ। ਸੋ ਅਸੀਂ ਤਾਂ ਆਪਣੀ ਦਾਤ ਪ੍ਰਾਪਤ ਕਰਨ ਵਾਸਤੇ ਆਏ, ਜਿਹੜਾ ਕੰਮ ਸਾਡਾ ਆਪਣਾ ਹੈ। ਅਸੀਂ ਮਾਇਆ ਦਾ ਗਿਆਨ ਲੈਣ ਲਈ ਨਹੀਂ ਆਏ। ਜੇ ਇੱਧਰ ਨੂੰ ਚਲੇ ਵੀ ਗਏ ਤੇ ਫਿਰ ਭਟਕ ਜਾਵਾਂਗੇ, ਕਿਉਂਕਿ ਮਾਇਆ ਦਾ ਜਿਹੜਾ ਗਿਆਨ ਹੈ, ਜਿਹੜੀ ਤ੍ਰਿਸ਼ਨਾ ਦੀ ਅੱਗ ਹੈ, ਭਾਵੇਂ ਇਹਦੇ ਵਿੱਚ ਜੀਵ ਸੜਦਾ ਜ਼ਰੂਰ ਹੈ, ਪਰ ਇਹ 'ਚ ਸੜਨਾ ਵੀ ਇਹਨੂੰ ਚੰਗਾ ਲੱਗਦਾ ਹੈ। ਜਿਵੇਂ ਪਤੰਗੇ ਨੂੰ ਪਤਾ ਹੁੰਦਾ ਵੀ ਅੱਗ ਮੈਨੂੰ ਸਾੜ ਦੂਗੀ, ਇਹ ਨਹੀਂ ਕਿ ਪਤੰਗੇ ਨੂੰ ਪਤਾ ਨਹੀਂ ਹੁੰਦਾ, ਪਰ ਪਤੰਗਾ ਉਸ ਅੱਗ ਨੂੰ ਵੇਖ ਕੇ ਖੁਸ਼ ਹੋ ਜਾਂਦਾ, ਉਹਦੇ ਤੇ ਨੂੰ ਜਾਂਦਾ, ਤੇ ਉਹ ਸਾੜ ਦਿੰਦੇ। ਅੱਗ ਉਹਦੇ ਖੁਸ਼ ਨਹੀਂ ਹੁੰਦੀ, ਅੱਗ ਸਾੜ ਦਿੰਦੀ ਹੈ। ਇਸੇ ਤਰ੍ਹਾਂ ਜੀਵ ਨੂੰ ਪਤਾ ਹੈ ਕਿ ਮਾਇਆ ਜਿਹੜੀ ਇਹ ਸਾੜਦੀ ਹੈ, ਪਰ ਜੀਵ ਜਾਂਦਾ, ਜੀਵ ਨੂੰ ਚੰਗੀ ਲੱਗਦੀ ਹੈ। ਭਾਵੇਂ ਗੁਰਬਾਣੀ ਨੇ ਆਖਿਆ ਹੱਥ ਨਾ ਲਾਈ ਕੁਸੁੰਬੜੈ ਜਲ ਜਾਸੀ ਢੋਲਾ, ਇਹ ਕਹਿੰਦਾ ਨਹੀਂ ਜਾਣਾ। ਸੋ ਸੜਦਾ। ਸੋ ਅਸੀਂ ਇਸੇ ਕਰਕੇ ਹੀ ਜੇ ਉਸ ਮਾਰਗ ਤੇ ਚਲੇ ਗਏ ਤਾਂ ਸਾਡਾ ਜਿਹੜਾ ਪਰਮਾਰਥ ਦਾ ਮਾਰਗ ਹੈ ਉਹ ਰਹਿ ਜਾਵੇਗਾ, ਅਸੀਂ ਭਟਕ ਜਾਵਾਂਗੇ, ਅਸਲੀ ਰਸਤੇ ਦਾ ਸਾਨੂੰ ਪਤਾ ਨਹੀਂ ਲੱਗਣਾ। ਇਹੀ ਉਹ ਗੱਲ ਹੈ ਪਾਤਸ਼ਾਹ ਨੇ ਆਖੀ ਸੀ, ਜਿਹੜੀ ਮੈਂ ਪਹਿਲਾਂ ਵੀ ਵਿਚਾਰ ਕੀਤੀ ਹੈ ਕਿ ਮੰਨੈ ਮਾਗੁਣ ਚੱਲੇ ਪੰਥ। ਇਹ ਮਾਇਆ ਦਾ ਰਸਤਾ ਹੈ, ਜਿਹੜੀ ਵਿਗਿਆਨ ਦੀ ਖੋਜ ਹੈ, ਸੰਸਾਰ ਦੀ ਖੋਜ ਹੈ, ਕੁਦਰਤ ਦੀ ਖੋਜ ਹੈ। ਕੁਦਰਤ ਦੀ ਖੋਜ ਨਹੀਂ ਸੀ ਕਰਨੀ, ਕੁਦਰਤ ਜੋ ਪਰਮੇਸ਼ਰ ਨੇ ਬਣਾਈ ਹੈ ਉਹਦੇ 'ਚੋਂ ਅਸੀਂ ਆਨੰਦ ਲੈਣਾ ਸੀ, ਲਾਭ ਲੈਣਾ ਸੀ।
ਅਸੀਂ ਲਾਭ ਲੈਣ ਦੀ ਬਜਾਏ ਉਹਦੀ ਖੋਜ 'ਚ ਪੈ ਗਏ। ਜਿਵੇਂ ਮੰਨ ਲਓ ਵੀ ਇੱਕ ਦਰਖਤ ਹੈ, ਅੰਬ ਦਾ ਦਰਖਤ ਹੈ, ਸਾਨੂੰ ਫਲ ਦਿੰਦਾ ਹੈ। ਅਸੀਂ ਉਹ 'ਚ ਖਾਦ ਖੁਰਾਕ ਪਾਈ ਤੇ ਜੋ ਫਲ ਪ੍ਰਾਪਤ ਕਰ ਲਿਆ। ਹੁਣ ਅਸੀਂ ਖੋਜ 'ਚ ਕੀ ਪੈ ਗਏ, ਉਹਨੂੰ ਹਾਈਬ੍ਰਿਡ ਬਣਾਉਣਾ ਸ਼ੁਰੂ ਕਰ ਲਿਆ, ਆਪਣੀ ਬੁੱਧ ਵਰਤਣੀ ਸ਼ੁਰੂ ਕਰ ਦਿੱਤੀ, ਉਹਦੀਆਂ ਕਈ ਵੈਰਾਈਟੀਆਂ ਬਣਾਤੀਆਂ, ਉਹਦੇ ਵਿੱਚ ਕਈ ਤੱਤ ਇਹੋ ਜਿਹੇ ਪਾਤੇ, ਕੈਮੀਕਲ ਇਹੋ ਜਿਹੇ ਬਣਾ ਲਏ, ਉਹ ਪਾਉਣ ਲੱਗ ਗਏ, ਉਹਦੇ ਨਾਲ ਉਹ ਜ਼ਹਿਰ ਬਣ ਗਏ। ਇਹ ਖੋਜ ਹੈ, ਇੱਕ ਚੀਜ਼ ਬਣੀ ਹੋਈ ਹੈ, ਇੱਕ ਉਹਦੇ ਚੋਂ ਆਨੰਦ ਲੈਣਾ, ਇੱਕ ਉਹਨੂੰ ਛੇੜਛਾੜ ਕਰਨੀ ਉਹਦੇ ਨਾਲ। ਪਾਣੀ ਸੀ, ਪਾਣੀ ਚੱਲਦਾ, ਪੀਓ ਪਾਣੀ, ਸਾਰਾ ਕੁਝ ਕਰੋ, ਪਰ ਜਦੋਂ ਪਾਣੀ ਨੂੰ ਆਪਣੇ ਹਿਸਾਬ ਨਾਲ ਕਰਨਾ ਸ਼ੁਰੂ ਕਰ ਲਿਆ ਤੇ ਪਾਣੀ ਮੈਲਾ ਹੋ ਗਿਆ, ਹਵਾ ਦੂਸ਼ਿਤ ਹੋ ਗਈ। ਇਹ ਮਨੁੱਖੀ ਬੁੱਧੀ ਦੇ ਵਿੱਚੋਂ ਪੈਦਾ ਹੋਈ ਖੇਡ ਹੈ। ਸਾਨੂੰ ਗੁਰਬਾਣੀ ਨੇ ਇਸ ਖੋਜ ਕਰਨ ਦੀ ਆਗਿਆ ਨਹੀਂ ਦਿੱਤੀ। ਸਾਨੂੰ ਗੁਰਬਾਣੀ ਨੇ ਖੋਜ ਕਰਨ ਦੀ ਦਿੱਤੀ ਆਗਿਆ ਦਿਲ ਖੋਜਣ ਦੀ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਏ। ਇਹ ਗੱਲ ਸੱਚਾਈ ਹੈ ਕਿ ਜਦੋਂ ਅਸੀਂ ਦਿਲ ਨੂੰ ਖੋਜਾਂਗੇ, ਦਿਲ ਹੈ ਸਾਡੀ ਅੰਤਰਾਤਮਾ, ਸਾਡਾ ਆਪਣਾ ਮੂਲ, ਜਦੋਂ ਅਸੀਂ ਉਹਦੀ ਖੋਜ ਕਰਾਂਗੇ ਤਾਂ ਸਾਨੂੰ ਪਰੇਸ਼ਾਨੀ ਨਹੀਂ ਕੋਈ ਰਹੂਗੀ। ਪਰ ਜਦੋਂ ਅਸੀਂ ਮਾਇਆ ਦੀ ਖੋਜ ਕਰਾਂਗੇ, ਫਿਰ ਸਾਡੇ ਅੱਗੇ ਪਰੇਸ਼ਾਨੀਆਂ ਖੜੀਆਂ ਹੋਣਗੀਆਂ। ਤੇ ਸੰਸਾਰ 'ਚ ਦੇਖੀਏ ਕਿੱਡੀ ਖੋਜ ਕੀਤੀ ਹੈ, ਐਟਮ ਬੰਬ ਬਣਾਏ, ਅੱਜ ਕਿੰਨਾ ਨੁਕਸਾਨ ਹੋ ਰਿਹਾ, ਕਿੰਨੀ ਤਕਲੀਫਾਂ ਹੋ ਰਹੀਆਂ ਨੇ, ਹਥਿਆਰ ਬਣਦੇ ਆ, ਰਸਾਇਣਕ ਹਥਿਆਰ ਬਣਨ ਲੱਗ ਗਏ, ਜੈਵਿਕ ਹਥਿਆਰ ਬਣਨ ਲੱਗ ਗਏ, ਉਹਨਾਂ ਦੇ ਕਿੰਨੀ ਮੁਸ਼ਕਲਾਂ ਨੇ ਸਾਡੇ ਅੱਗੇ ਖੜੀਆਂ। ਹੁਣ ਅਸੀਂ ਬਣਾ ਤਾਂ ਲਏ, ਹੁਣ ਅਸੀਂ ਡਰਦੇ ਹਾਂ ਕਿਉਂਕਿ ਉਹ ਸਾਡੀ ਮੌਤ ਦਾ ਕਾਰਨ ਬਣ ਗਿਆ। ਤੇ ਜੇ ਅਸੀਂ ਚੱਲਦੇ ਪਰਮਾਰਥ ਵਾਲੇ ਪਾਸੇ ਨੂੰ, ਭਗਤ ਸਾਹਿਬਾਨ ਚੱਲੇ ਹੀ ਨੇ, ਗੁਰਸਿੱਖ ਚੱਲਦੇ ਹੀ ਨੇ, ਉਹ ਆਪ ਵੀ ਸੁਖੀ ਹੈ ਤੇ ਦੂਜਿਆਂ ਨੂੰ ਵੀ ਸੁਖੀ ਰਹਿਣ ਵਾਸਤੇ ਆਖਦੇ ਆ। ਸੋ ਆਪੀ ਕੁਦਰਤ ਸਾਜ ਕੈ, ਆਪੀ ਕਰੇ ਵਿਚਾਰ। ਇਹ ਕਹਿੰਦੇ ਪਾਤਸ਼ਾਹ ਹੁਣ ਤੁਸੀਂ ਦੇਖੋ ਵੀ ਜਿਹੜੀ ਕੁਦਰਤ ਤੁਸੀਂ ਸਾਜੀ ਹੈ ਉਹਦੀ ਹੁਣ ਵਿਚਾਰ ਤੁਸੀਂ ਕਰੋ, ਜਿਹੜੀ ਕੁਦਰਤ ਪਰਮੇਸ਼ਰ ਨੇ ਸਾਜੀ ਹੈ ਉਹਦੀ ਵਿਚਾਰ ਉਹ ਕਰਦਾ ਹੀ ਕਰਦਾ। ਹੁਣ ਪਰਮੇਸ਼ਰ ਨੇ ਰਚਨਾ ਰਚੀ ਹੈ, ਉਹਦਾ ਜਿਹੜੀ ਸਾਂਭ ਸੰਭਾਲ ਪਰਮੇਸ਼ਰ ਵੱਲੋਂ ਹੋ ਰਹੀ ਹੈ। ਇੱਕ ਰੇਗਿਸਤਾਨ ਦਾ ਟਿੱਬਾ ਹੈ, ਉੱਥੇ ਪਾਣੀ ਦਾ ਨਾ ਉੱਥੇ ਕੁਛ ਵੀ ਨਹੀਂ ਹੈ, ਪਰ ਉਸ ਰੇਗਿਸਤਾਨ ਦੇ ਟਿੱਬੇ ਦੀ ਟੀਸੀ ਦੇ ਉੱਪਰ ਇੱਕ ਦਰਖਤ ਜੰਮਿਆ ਹੋਇਆ, ਉਹ ਹਰਾ ਭਰਾ ਖੜਾ। ਉਹ ਕਿਵੇਂ ਖੜਾ ਹੈ? ਜਦ ਕਿ ਦਰਖਤ ਦੀ ਜੜ ਪਾਣੀ ਤੋਂ ਬਿਨਾਂ ਹਰੀ ਨਹੀਂ ਹੁੰਦੀ, ਪਰ ਉੱਥੇ ਪਾਣੀ ਕਿਵੇਂ ਪਹੁੰਚਦਾ ਹੈ? ਕੈਸੀ ਰਚਨਾ ਪਰਮੇਸ਼ਰ ਦੀ। ਇੱਕ ਪੱਥਰ ਹੈ ਬਹੁਤ ਵੱਡਾ, ਪੱਥਰ ਦੇ ਉੱਪਰ ਟੀਸੀ ਦੇ ਦਰਖਤ ਜੰਮਿਆ ਆ, ਜੜਾਂ ਵੀ ਉਹਦੀਆਂ ਬਾਹਰ ਦਿਸਦੀਆਂ ਨੇ, ਉੱਤੇ ਖੜਾ, ਦਿਖਦਾ ਵੀ ਨਹੀਂ ਹੈ, ਖੜਾ। ਕਿਵੇਂ ਖੜਾ? ਇੱਕ ਦਰਖਤ ਪਾਣੀ ਦੇ ਵਿੱਚ ਖੜਾ, ਆਲੇ ਦੁਆਲੇ ਚਾਰੇ ਪਾਸੇ ਪਾਣੀ ਹੈ ਪਰ ਸੁੱਕਾ, ਕੋਈ ਪੱਤਾ ਨਹੀਂ, ਕੋਈ ਟਾਹਣੀ ਨਹੀਂ, ਕੋਈ ਫੁੱਲ ਨਹੀਂ, ਕੋਈ ਫਲ ਨਹੀਂ। ਕਿਉਂ? ਇਹ ਉਹਦੀ ਕੁਦਰਤ ਹੈ। ਇੱਕ ਕੁਦਰਤ ਸਾਡੀ ਆਪਣੀ ਹੈ ਜਿਹੜੀ ਅਸੀਂ ਆਪ ਬਣਾਈ ਹੈ। ਸਾਡੀ ਕੁਦਰਤ ਬਣਾਈ ਦਾ ਸਾਨੂੰ ਫਿਕਰ ਹੀ ਹੁੰਦਾ, ਅਸੀਂ ਹਰ ਇੱਕ ਚੀਜ਼ ਆਪਣੇ ਲਈ ਬਣਾਈ ਤੇ ਫਿਰ ਸਾਨੂੰ ਸੰਭਾਲਣੀ ਵੀ ਪੈਂਦੀ ਹੈ। ਉਹਨੂੰ ਸੰਭਾਲ ਕੇ ਵੀ ਅਸੀਂ ਉਹ 'ਤੇ ਸੰਤੁਸ਼ਟ ਨਹੀਂ ਹੁੰਦੇ। ਅਸੀਂ ਮੰਨ ਲਓ ਘਰ ਬਣਾਇਆ, ਅਸੀਂ ਆਪਣੇ ਘਰ ਆਪ ਬਣਾਇਆ ਤੇ ਪਰ ਅਸੀਂ ਆਪਣਾ ਘਰ ਬਣਾ ਕੇ ਵੀ ਉਹ 'ਤੇ ਸੰਤੁਸ਼ਟ ਨਹੀਂ ਹੈ, ਸਾਨੂੰ ਖੁਸ਼ੀ ਨਹੀਂ ਹੈ। ਪਰ ਪਰਮੇਸ਼ਰ ਨੇ ਇੰਨੀ ਰਚਨਾ ਰਚੀ ਪਰ ਫਿਰ ਵੀ ਖੁਸ਼ ਆ ਉਹ। ਕਰੋੜਾਂ ਅਰਬਾਂ ਖਰਬਾਂ ਦਰਖਤ ਹਨੇਰੀਆਂ ਨਾਲ ਟੁੱਟ ਜਾਂਦੇ ਆ, ਪਰਮੇਸ਼ਰ ਦੀ ਕੋਈ ਨਾਰਾਜ਼ਗੀ ਨਹੀਂ ਹੁੰਦੀ ਵੀ ਕਿਉਂ ਟੁੱਟ ਗਏ। ਉਹ ਹੋਰ ਪੈਦਾ ਕਰ ਦਿੰਦਾ, ਕਰੋੜਾਂ ਅਰਬਾਂ ਖਰਬਾਂ ਜੀਵਾਂ ਦੇ ਸਰੀਰ ਛੁਡਾ ਦਿੰਦਾ, ਕਦੇ ਉਹ ਉਦਾਸ ਨਹੀਂ ਹੁੰਦਾ। ਉਹ ਕਹਿੰਦਾ ਕੋਈ ਨਹੀਂ, ਹੋਰ ਪੈਦਾ ਕਰ ਦਾਂਗੇ। ਸੋ ਵਿਸਮਾਦ 'ਚ ਹੀ ਰਹਿੰਦਾ। ਪਰ ਹੇ ਮੇਰੇ ਮਨਾ, ਜਿਹੜੀ ਤੂੰ ਆਪ ਹੀ ਕੁਦਰਤ ਸਾਜ ਕੇ ਆਪ ਹੀ ਕਰੇ ਵਿਚਾਰ, ਫਿਰ ਤੂੰ ਆਪਣੀ ਜਿਹੜੀ ਕੁਦਰਤ ਸਾਜੀ ਹੈ ਉਹ 'ਤੇ ਵੀ ਵਿਚਾਰ ਕਰਨਾ। ਜੇ ਤੂੰ ਪਰਮੇਸ਼ਰ ਨੂੰ ਮਿਲਣਾ ਚਾਹੁੰਦਾ ਤਾਂ ਉਹਦੇ ਵਰਗਾ ਹੀ ਬਣਨਾ ਪਵੇਗਾ, ਉਹ ਜਿਹੀ ਸੁਭਾਅ ਬਣਾਉਣਾ ਪਊਗਾ, ਫਿਰ ਜਾ ਕੇ ਉਹ ਜਿਹਾ ਬਣ ਸਕਦਾ। ਹੋਰ ਕੋਈ ਨਹੀਂ ਜਾਣਦਾ, ਦੂਜਾ ਦੂਜੇ ਦੀ ਗੱਲ ਨਹੀਂ ਜਾਣਦਾ।
ਇੱਕ ਮਨੁੱਖ ਦੂਜੇ ਮਨੁੱਖ ਦੀ ਗੱਲ ਨਹੀਂ ਜਾਣ ਸਕਦਾ। ਕੀ ਪਤਾ ਉਹਦੇ ਅੰਦਰ ਕੀ ਵਿਚਾਰ ਚੱਲਦੇ ਆ, ਦੂਜੇ ਦੇ ਅੰਦਰ ਕੀ ਵਿਚਾਰ ਚੱਲਦੇ ਆ। ਪਰ ਜਦੋਂ ਉਸ ਮਨੁੱਖ ਦੇ ਅੰਦਰ ਪਰਮੇਸ਼ਰ ਦੇ ਨਾਲ ਸੰਧੀ ਹੋ ਜਾਂਦੀ ਹੈ, ਹੁਕਮ ਨਾਲ ਜੁੜ ਜਾਂਦਾ ਹੈ, ਉਹ ਫਿਰ ਸਭ ਕੁਝ ਜਾਣਦਾ ਜ਼ਰੂਰ ਹੈ, ਜਿਵੇਂ ਪਰਮੇਸ਼ਰ ਵੀ ਸਾਰਾ ਕੁਝ ਜਾਣਦਾ ਹੈ, ਪਰ ਉਹ ਕਰ ਕੁਝ ਨਹੀਂ ਸਕਦਾ। ਜੇ ਇੱਕ ਇਸ ਧਰਤੀ ਦੇ ਉੱਪਰ ਜਿਵੇਂ ਇੱਕ ਪ੍ਰਚਲਿਤ ਵਿਚਾਰਧਾਰਾ ਨੇ ਵੀ ਜਿਹੜੇ ਸੰਤ ਨੇ ਉਹ ਦੂਜੇ ਦੇ ਮਨ ਦੀ ਗੱਲ ਜਾਣ ਜਾਂਦੇ ਕਿ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ, ਤੇ ਫਿਰ ਉਹ ਸੁਧਾਰ ਕਿਉਂ ਨਹੀਂ ਕਰਦੇ? ਪਰ ਦੂਜੇ ਦੀ ਉਹ ਗੱਲ ਜਾਣ ਕੇ ਵੀ ਉਹਦਾ ਸੁਧਾਰ ਨਹੀਂ ਕਰ ਸਕਦੇ। ਨਾ ਹੀ ਇਸ ਤਰ੍ਹਾਂ ਕਦੇ ਹੋਇਆ, ਨਾ ਹੀ ਹੋਵੇਗਾ, ਕਿਉਂਕਿ ਜੇ ਇਹੀ ਗੱਲ ਹੁੰਦੀ ਤਾਂ ਫਿਰ ਪਰਮੇਸ਼ਰ ਹੀ ਕਰ ਦਿੰਦਾ। ਪਰਮੇਸ਼ਰ ਤਾਂ ਸਭ ਦੇ ਦਿਲਾਂ ਦੀ ਜਾਣਦਾ ਹੀ ਹੈ, ਪਰਮੇਸ਼ਰ ਵੀ ਨਹੀਂ ਕਰਦਾ ਕੁਛ, ਕਿਉਂਕਿ ਇਹ ਜਿਹੜਾ ਕਾਰਜ ਹੈ ਇਹ ਸਿਰਫ ਮਨੁੱਖੀ ਬੁੱਧੀ ਦਾ ਆਪਣਾ ਹੈ। ਇਹ 'ਚ ਕਿਸੇ ਦਾ ਕੋਈ ਦਖਲ ਅੰਦਾਜ਼ੀ ਨਹੀਂ ਹੈ, ਕੋਈ ਇੰਟਰਫੇਅਰ ਨਹੀਂ। ਜੇ ਹੁੰਦੀ ਤਾਂ ਸ਼ਾਇਦ ਇੱਥੇ ਬਹੁਤ ਕੁਝ ਹੋ ਜਾਂਦਾ ਇਸ ਤਰ੍ਹਾਂ, ਪਰ ਇਹ ਪ੍ਰਚਲਿਤ ਜ਼ਰੂਰ ਹੈ ਵੀ ਇਸ ਤਰ੍ਹਾਂ ਹੋ ਜਾਂਦਾ। ਹੋ ਨਹੀਂ ਸਕਦਾ, ਕੋਈ ਕਿਸੇ ਦੇ ਦਿਲ ਦੀ ਗੱਲ ਨਹੀਂ ਜਾਣਦਾ, ਤੇ ਜੇ ਕੋਈ ਜਾਣਦਾ ਵੀ ਹੈ ਗੁਰਮੁਖ ਤਾਂ ਕਰ ਕੁਛ ਨਹੀਂ ਸਕਦਾ। ਪਾਤਸ਼ਾਹੀਆਂ ਜਾਣਦੇ ਸੀ, ਗੁਰਮੁਖ ਜਾਣਦੇ ਸੀ, ਗੁਰਸਿੱਖ ਜਾਣਦੇ ਸੀ, ਭਗਤ ਸਾਹਿਬਾਨ ਜਾਣਦੇ ਸੀ, ਪਰ ਕੁਛ ਨਹੀਂ ਕੀਤਾ, ਸਿਰਫ ਉਪਦੇਸ਼ ਦਿੱਤਾ ਹੈ। ਮੰਨਣਾ ਨਾ ਮੰਨਣਾ ਉਹ ਕਹਿੰਦੇ ਤੁਹਾਡੀ ਆਪਣੀ ਮਰਜ਼ੀ ਹੈ, ਪਰ ਉਹਨਾਂ ਦਾ ਦਿੱਤਾ ਹੋਇਆ ਉਪਦੇਸ਼ ਮੰਨਣਾ ਵੀ ਬਹੁਤ ਔਖਾ ਹੈ। ਆ ਗੁਰਬਾਣੀ ਸਾਡੇ ਕੋਲ ਹੀ ਹੈ, ਅਸੀਂ ਗੁਰਬਾਣੀ ਦੀ ਗੱਲ ਨਹੀਂ ਮੰਨ ਸਕਦੇ, ਤੇ ਜਦ ਸਾਨੂੰ ਕੋਈ ਹੋਰ ਬਾਹਰੋਂ ਗੱਲ ਕਹਿੰਦਾ, ਉਹਦੀਆਂ ਗੱਲਾਂ ਜਿਹੜੀਆਂ ਸਾਡੇ ਅਨੁਕੂਲ ਜ਼ਰੂਰ ਹੁੰਦੀਆਂ ਨੇ, ਅਸੀਂ ਉਹਨਾਂ ਗੱਲਾਂ ਨੂੰ ਮੰਨ ਲੈਂਦੇ ਹਾਂ, ਉਹਨਾਂ ਗੱਲਾਂ 'ਤੇ ਭਰੋਸਾ ਕਰ ਲੈਂਦੇ ਹਾਂ, ਤੇ ਆਪਣਾ ਜੀਵਨ ਵਿਅਰਥ ਗਵਾਉਂਦੇ ਹਾਂ। ਪਰ ਜਦ ਕਿ ਸਾਨੂੰ ਜ਼ਰੂਰਤ ਹੈ ਗੁਰਬਾਣੀ ਦੀ ਗੱਲ ਮੰਨਣੀ, ਜਿਹੜੀਆਂ ਗੱਲਾਂ ਨਾਲ ਸਾਡੀਆਂ ਨਾਲ ਜੀਵਨ ਬਣਨਾ ਹੈ। ਗੁਰਬਾਣੀ ਸਾਡਾ ਜੀਵਨ ਨਿਖਾਰਦੀ ਹੈ, ਸੰਸਾਰੀ ਵਿਚਾਰਧਾਰਾ ਸਾਡੇ ਜੀਵਨ ਨੂੰ ਖਰਾਬ ਕਰਦੀ ਹੈ, ਪਰ ਸਾਨੂੰ ਉਹ ਚੰਗਾ ਲੱਗਦਾ ਕਿਉਂਕਿ ਉਹ ਸਾਡੇ ਸਰੀਰ ਨਾਲ ਸੰਬੰਧਿਤ ਹੁੰਦੀਆਂ ਨੇ। ਗੁਰਬਾਣੀ ਨਿਰੇ ਆਤਮਾ ਦੀ ਗੱਲ ਕਰਦੀ ਹੈ, ਇਸੇ ਕਰਕੇ ਦੀ ਸਮਝ ਨਹੀਂ ਆਉਂਦੀ। ਸੋ ਹੋਰ ਕੋਈ ਨਹੀਂ ਜਾਣਦਾ, ਉਹ ਆਪੇ ਹੀ ਜਾਣਦਾ। ਪਰਮੇਸ਼ਰ ਸਾਰਾ ਕੁਝ ਜਾਣਦਾ, ਹੋਰ ਭਵ ਸਾਗਰ 'ਚ ਕੋਈ ਨਹੀਂ ਜਾਣਦਾ। ਪਰ ਜਿਹੜਾ ਭਵ ਸਾਗਰ ਵਿੱਚ ਆ ਕੇ ਹੁਕਮ ਅਨੁਸਾਰ ਹੀ ਹੋ ਜਾਂਦਾ, ਉਹ ਫਿਰ ਸੰਸਾਰ ਦਾ ਹਿੱਸਾ ਨਹੀਂ ਰਹਿੰਦਾ, ਫਿਰ ਉਹ ਸੰਸਾਰ ਦਾ ਹਿੱਸਾ ਨਹੀਂ ਹੈ। ਫਿਰ ਤਾਂ ਉਹਨੂੰ ਆਪਣਾ ਫਿਕਰ ਪੈ ਜਾਂਦਾ। ਜਿਵੇਂ ਇੱਕ ਬੱਚਾ 5ਵੀਂ ਚੋਂ 6ਵੀਂ 'ਚ ਹੋ ਗਿਆ, ਪੜ੍ਹਦਾ ਤਾਂ ਉਸੇ ਸਕੂਲ 'ਚ ਹੀ ਹੈ, ਪਰ ਉਸ ਕਲਾਸ ਦਾ ਹਿੱਸਾ ਨਹੀਂ ਰਹਿ ਗਿਆ। ਉਹ 5ਵੀਂ ਕਲਾਸ ਦਾ ਹਿੱਸਾ ਥੋੜ੍ਹਾ ਹੈ, ਉਹ 6ਵੀਂ ਕਲਾਸ ਦਾ ਹਿੱਸਾ ਹੈ। ਜੇ ਉਹ 6ਵੀਂ 'ਚ ਆ ਕੇ 5ਵੀਂ 'ਚ ਕਿਸੇ ਬੱਚੇ ਦੀ ਮਦਦ ਕਰਦਾ, ਫਿਰ ਉਹ ਆਪਣਾ ਹਿੱਸਾ ਛੱਡ ਜਾਂਦਾ। ਤੇ ਜਿਹੜਾ ਕੁਛ ਉਹਨੇ ਆਪ ਸਮਝਣਾ ਸੀ 6ਵੀਂ ਦੇ ਵਿੱਚ, ਉਹ ਕਦੋਂ ਸਮਝੂਗਾ? ਫਿਰ ਤਾਂ ਉਹਦਾ ਹਿੱਸਾ ਹੀ ਉਹ ਪੱਖ ਹੀ ਖਾਲੀ ਰਹਿ ਜਾਊਗਾ, ਕਿਉਂਕਿ ਉਹਦੇ ਜੁੰਮੇ ਵੀ ਕੋਈ ਜ਼ਿੰਮੇਵਾਰੀ ਹੈ। ਜਿਵੇਂ ਪਾਤਸ਼ਾਹ ਕਹਿੰਦੇ ਆ, ਬਹੁਤ ਜਨਮ ਵਿਛੜੇ ਥੇ ਮਾਧੋ, ਜਦੋਂ ਹੁਣ ਮਿਲਾਪ ਹੋ ਗਿਆ, ਇਹ ਜਨਮ ਤੁਹਾਰੇ ਲਿਖੇ, ਕਹਿੰਦੇ ਹੁਣ ਇਹ ਤੇਰੇ ਲਿਖੇ, ਹੁਣ ਤੂੰ ਦੱਸ ਕਿਵੇਂ ਚੱਲਣਾ। ਫਿਰ ਉਹਦੇ ਹੁਕਮ ਅਨੁਸਾਰ ਚੱਲਣਾ ਪੈਣਾ, ਫਿਰ ਦੂਜਿਆਂ ਦੀ ਪਰਵਾਹ ਨਹੀਂ ਕਰ ਹੋਣੀ। ਬੱਚਾ 5ਵੀਂ ਚੋਂ 6ਵੀਂ 'ਚ ਹੋ ਗਿਆ, ਤਾਂ 6ਵੀਂ ਦਾ ਫਿਕਰ ਹੈ, ਮੈਂ 6ਵੀਂ ਕਿਵੇਂ ਕਲੀਅਰ ਕਰਨੀ। ਸੰਸਾਰ 'ਚ ਅਸੀਂ ਇਹਨਾਂ ਗੱਲਾਂ ਦੇ ਉੱਪਰ ਸਹਿਮਤੀ ਪ੍ਰਗਟਾ ਦਿੰਦੇ ਹਾਂ ਵੀ ਹਾਂ ਇਹ ਹੁੰਦਾ ਤਾਂ ਇਸ ਤਰ੍ਹਾਂ ਹੀ ਹੈ, ਪਰ ਜਦੋਂ ਧਰਮ ਦੀ ਗੱਲ ਆਉਂਦੀ ਹੈ ਫਿਰ ਕਹਿੰਦੇ ਨਹੀਂ ਜੀ, ਉੱਥੇ ਤਾਂ ਫਿਰ ਬਹੁਤ ਕੁਝ ਹੋ ਜਾਂਦਾ ਹੈ ਜੀ, ਪਰਮੇਸ਼ਰ ਕੁਝ ਵੀ ਕਰ ਸਕਦਾ ਹੈ ਜੀ, ਸਾਧੂ ਸੰਤ ਬਹੁਤ ਕੁਝ ਕਰ ਦਿੰਦੇ ਆ ਜੀ, ਇਹ ਗੱਲਾਂ ਤਾਂ ਫਿਰ ਐਵੇਂ ਹੀ ਨੇ ਜੀ। ਉੱਧਰੋਂ ਅਸੀਂ ਜਦੇ ਦੂਜੇ ਪਾਸੇ ਨੂੰ ਹੋ ਜਾਂਦੇ, ਕਿਉਂਕਿ ਸਾਡੇ ਅੰਦਰ ਪਹਿਲੀ ਗੱਲ ਹੈ ਕਿ ਧਰਮ ਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਕਿ ਡਰ ਹੈ। ਸਾਡੇ ਉੱਪਰ ਇੰਨਾ ਪ੍ਰੈਸ਼ਰ ਕੀਤਾ ਹੋਇਆ, ਅਸੀਂ ਸਾਡੀ ਸੁਰਤ ਬਾਹਰ ਨਿਕਲ ਨਹੀਂ ਸਕਦੀ। ਜਦ ਕਿ ਸਾਨੂੰ ਗੁਰਬਾਣੀ ਕਹਿੰਦੀ ਹੈ ਭੈ ਕਾਹੂ ਕੋ ਦੇ ਤਨ, ਕਹਿੰਦੇ ਕਿਸੇ ਨੂੰ ਭੈ ਨਾ ਦਿਓ, ਕਿਸੇ ਨੂੰ ਡਰਾਇਓ ਨਾ ਧਰਮ 'ਚ, ਉਹਨੂੰ ਸਪਸ਼ਟ ਦੱਸੋ ਗੱਲ ਆ ਹੈ। ਪਰ ਸਾਡੇ ਦਾ ਡਰ ਪਾਇਆ ਜਾਂਦਾ ਹੈ, ਤੇ ਡਰ ਕਰਕੇ ਅਸੀਂ ਆਪਣਾ ਜੀਵਨ ਖਰਾਬ ਕਰਕੇ ਚਲੇ ਜਾਂਦੇ। ਗੁਰਬਾਣੀ ਨਿਰਭਉ ਕਰਦੀ ਹੈ, ਨਿਰਭਉ ਹੋਏ ਪਹਿਲਾਂ ਗੁਰਬਾਣੀ ਦੀ ਸ਼ਰਤ ਹੈ। ਭਜੋ ਭਗਵਾਨ, ਕਹਿੰਦੇ ਫੇਰ ਜੁੜ ਸਕਦੇ ਹੋ ਆਪਣੇ ਮੂਲ ਨਾਲ। ਭਜਣ ਦਾ ਅਰਥ ਨਾ ਜੁੜਨਾ, ਫਿਰ ਆਪਣੇ ਮੂਲ ਨਾਲ ਜੁੜੋਗੇ ਜਦੋਂ ਤੁਸੀਂ ਨਿਰਭਉ ਹੋਵੋਗੇ। ਜਿੰਨਾ ਚਿਰ ਤੁਸੀਂ ਖੁਦ ਨਿਰਭਉ ਹੀ ਨਹੀਂ ਹੁੰਦੇ,
ਤੁਸੀਂ ਕਿਵੇਂ ਜੋੜੋਗੇ ਆਪਣੇ ਮੂਲ ਨਾਲ? ਹੁਣ ਇਹ ਆਰਡਰ ਤਾਂ ਸਾਨੂੰ ਹੈ ਵੀ ਨਿਰਭਉ ਹੋਏ। ਅਸੀਂ ਨਿਰਭਉ ਦਾ ਅਰਥ ਕਰਦੇ ਹਾਂ ਜੀ ਪਰਮੇਸ਼ਰ ਨਿਰਭਉ ਹੈ। ਪਰਮੇਸ਼ਰ ਤਾਂ ਅਸੀਂ ਦੇਖਿਆ ਹੀ ਨਹੀਂ ਹੈਗਾ। ਅਸੀਂ ਖੁਦ ਆਪਣੇ ਆਪ ਨੂੰ ਦੇਖਣਾ ਹੈ। ਆਪ ਸਵਾਰੇ ਲਿਖਿਆ ਹੈ ਗੁਰਬਾਣੀ ਨੇ ਤਾਂ, ਵੀ ਤੂੰ ਆਪਣੇ ਆਪ ਨੂੰ ਸਵਾਰ। ਅਸੀਂ ਆਪਣੇ ਆਪ ਨੂੰ ਤਾਂ ਸਵਾਰਦੇ ਹੀ ਨਹੀਂ। ਸਾਨੂੰ ਫਿਕਰ ਤਕਰੀਬਨ 99% ਪਰਮੇਸ਼ਰ ਦਾ ਹੈ, ਧਾਰਮਿਕ ਲੋਕਾਂ ਨੂੰ, ਕਿ ਪਰਮੇਸ਼ਰ ਕੀ ਚਾਹੁੰਦਾ, ਪਰਮੇਸ਼ਰ ਕੀ ਕਰਦਾ, ਪਰਮੇਸ਼ਰ ਦੀ ਕਿਰਪਾ, ਪਰਮੇਸ਼ਰ ਦਾ ਧਿਆਨ, ਸਾਰਾ ਕੁਝ ਸਾਨੂੰ ਉਹਦਾ ਫਿਕਰ ਜ਼ਿਆਦਾ। ਅਸੀਂ ਆਪਣਾ ਫਿਕਰ ਤਾਂ ਛੱਡਿਆ ਹੋਇਆ, ਜਦ ਕਿ ਪਰਮੇਸ਼ਰ ਨੂੰ ਸਾਡਾ ਫਿਕਰ ਹੈ। ਪਰਮੇਸ਼ਰ ਸਾਡਾ ਮਾਲਕ ਹੈ। ਉਹ ਮਾਲਕ ਨੌਕਰ ਦਾ ਫਿਕਰ ਕਰਦਾ ਨਾ, ਕਿ ਨੌਕਰ ਮਾਲਕ ਦਾ ਕਰਦਾ। ਉਲਟ ਖੇਡ ਆ ਸਾਡੇ। ਤਾਂ ਹੀ ਗੁਰਬਾਣੀ 'ਚ ਭਗਤਾਂ ਨੇ ਆਪਣੇ ਆਪ ਨੂੰ ਦਾਸ ਕਹਾ ਹੈ। ਤਾਂ ਹੀ ਆਖਿਆ ਨਾ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾ ਲੋ ਹੇ ਮੇਰੇ ਮਨਾ। ਉਹੀ ਗੱਲ ਆਖੀ ਜਿਹੜਾ ਮਾਲਕ ਕਹਿੰਦਾ। ਆਪਣੇ ਵੱਲੋਂ ਕੋਈ ਸ਼ਬਦ ਨਾ ਵਰਤ ਲਈ। ਇਹ ਵਿਚਾਰ ਹੈ ਆਪਣੀ। ਆਪੀ ਕੁਦਰਤ ਸਾਜ ਕੇ ਆਪੀ ਕਰੇ ਵਿਚਾਰ। ਆਪਣੀ ਕੁਦਰਤ ਦੀ ਹੇ ਮੇਰੇ ਮਨਾ, ਤੂੰ ਆਪ ਵਿਚਾਰ ਕਰ, ਆਪਣੇ ਅੰਦਰ ਝਾਤੀ ਮਾਰ। ਪਰਮੇਸ਼ਰ ਵੱਲ ਨਾ ਦੇਖ। ਪਰਮੇਸ਼ਰ ਆਪਣੀ ਕੁਦਰਤ ਸਾਜੀ ਹੋਈ ਆ, ਪਰਮੇਸ਼ਰ ਨੇ ਉਹਦੀ ਵਿਚਾਰ ਉਹ ਕਰੇ। ਉਹਦਾ ਫਿਕਰ ਉਹਨੂੰ ਹੈ, ਤੂੰ ਆਪਣਾ ਫਿਕਰ ਕਰ। ਸੋ ਪਰਮੇਸ਼ਰ ਬਾਰੇ ਕੋਈ ਵੀ ਕੁਛ ਵਰਣਨ ਨਹੀਂ ਕੀਤਾ। ਗੁਰਬਾਣੀ 'ਚ ਵੀ ਪਰਮੇਸ਼ਰ ਬਾਰੇ ਕੋਈ ਵਰਣਨ ਨਹੀਂ ਹੈ। ਜਿਹੜਾ ਜੀਵ ਇੱਥੇ ਆਇਆ ਹੋਇਆ ਉਹਦੇ ਬਾਰੇ ਪਰਮੇਸ਼ਰ ਵੱਲੋਂ ਦੱਸਿਆ ਗਿਆ। ਜਿਹੜਾ ਆਪਣੇ ਆਪ ਨੂੰ ਜਾਣ ਲੈਂਦਾ ਉਹਨੂੰ ਪਰਮੇਸ਼ਰ ਬਾਰੇ ਵੀ ਪਤਾ ਲੱਗ ਜਾਂਦਾ ਵੀ ਪਰਮੇਸ਼ਰ ਕੀ ਚੀਜ਼ ਹੈ। ਗੁਰਾਂ ਇੱਕ ਦੇਹ ਬੁਝਾਈ। ਪਹਿਲਾਂ ਗੁਰੂ ਨਾਨਕ ਸਾਹਿਬ ਕਹਿੰਦੇ ਮੈਨੂੰ ਇਹ ਗੱਲ ਬੁਝਾਈ ਗਈ, ਮੈਂ ਉਹ ਗੱਲ ਬੁੱਝੀ, ਫੇਰ ਪਤਾ ਲੱਗਿਆ ਸਭਨਾ ਜੀਆਂ ਕਾ ਇੱਕ ਦਾਤਾ। ਕਿ ਉਹ ਜਿਹੜਾ ਦਾਤਾ ਹੈ ਉਹ ਇੱਕ ਕਿਵੇਂ ਹੈ। ਸੋ ਮੈਂ ਵਿਸਰ ਨਾ ਜਾਈ, ਕਹਿੰਦੇ ਹੁਣ ਨਹੀਂ ਮੈਂ ਉਹਨੂੰ ਵਿਸਾਰਦਾ। ਉਹ ਬਾਅਦ ਦੀ ਗੱਲ ਹੈ। ਹੁਣ ਅਸੀਂ ਜਾਣਿਆ ਤਾਂ ਕੁਛ ਵੀ ਨਹੀਂ ਹੈ, ਬੁੱਝਿਆ ਕੁਛ ਵੀ ਨਹੀਂ ਹੈ। ਸਿੱਧਾ ਹੀ ਡਾਇਰੈਕਟ ਪਰਮੇਸ਼ਰ ਨਾਲ ਜੁੜਨਾ ਚਾਹੁੰਦੇ ਹਾਂ, ਨਹੀਂ ਜੁੜ ਸਕਦੇ। ਸਾਡੇ ਵਿਚਾਲੇ ਸਾਡਾ ਸਤਿਗੁਰ ਹੈ, ਸਾਡਾ ਪਿਓ ਹੈ। ਅਸੀਂ ਆਪਣੇ ਪਿਓ ਨਾਲ ਜੁੜਨਾ, ਪਿਓ ਨੇ ਆਪਣੇ ਪਿਓ ਨਾਲ ਜੁੜਨਾ। ਗੁਰਬਾਣੀ 'ਚ 3 ਆਇਡੈਂਟੀਆਂ ਨੇ, ਪਿਓ ਦਾਦੇ ਜੇ ਵੇਹਿਆ ਪੋਤਰਾ ਪ੍ਰਵਾਨ। ਪਰ ਸਾਡੇ ਕੋਲ 2 ਹੀ ਆਇਡੈਂਟੀਆਂ ਨੇ। ਅਸੀਂ ਪਿਓ ਗਾਇਬ ਕਰਤਾ, ਸਿੱਧਾ ਹੀ ਪਰਮੇਸ਼ਰ ਨਾਲ ਜੁੜਨਾ ਚਾਹੁੰਦੇ ਹਾਂ, ਨਹੀਂ ਜੁੜਿਆ ਜਾਊਗਾ। ਸੋ ਪਰਮੇਸ਼ਰ ਜਾਣੇ ਉਹਦੀ ਜਿਹੜੀ ਰਚਨਾ ਰਚੀ ਹੋਈ ਹੈ, ਕਿ ਇਹ ਸ੍ਰਿਸ਼ਟੀ 'ਚ ਕੀ ਹੈ। ਸੂਰਜ ਕਿਸ ਤਰ੍ਹਾਂ ਇੱਕ ਹੈ, ਸੂਰਜ ਇੰਨਾ ਗਰਮ ਕਿਉਂ ਹੈ, ਚੰਦਰਮਾ ਠੰਡਾ ਕਿਉਂ ਹੈ, ਚੰਦਰਮਾ 'ਤੇ ਸੂਰਜ ਦੀ ਰੋਸ਼ਨੀ ਕਿਉਂ ਪੈਂਦੀ ਹੈ, ਧਰਤੀਆਂ ਕਿਵੇਂ ਨੇ, ਕਿੰਨੀਆਂ ਕੁ ਨੇ, ਪਾਣੀ ਕਿਸ ਤਰ੍ਹਾਂ ਦੇ ਨੇ, ਕਿੰਨੇ ਪਾਣੀ ਨੇ ਕੋਈ ਪਤਾ ਨਹੀਂ ਹੈ। ਕਿੱਡਾ ਸਮੁੰਦਰ ਹੈ, ਐਡਾ ਸਮੁੰਦਰੀ ਕਿਉਂ ਹੈ, ਧਰਤੀ ਛੋਟੀ ਕਿਉਂ ਰੱਖੀ। ਇਹ ਸਾਰੀਆਂ ਗੱਲਾਂ ਨੂੰ ਪਰਮੇਸ਼ਰ ਜਾਣੇ, ਕਿਉਂਕਿ ਇਹ ਸਾਰੀ ਰਚਨਾ ਉਹਦੀ ਰਚੀ ਹੋਈ ਹੈ। ਜਿਹੜੀ ਸਾਡੀ ਰਚਨਾ ਹੁੰਦੀ ਹੈ ਉਹਦੇ ਬਾਰੇ ਅਸੀਂ ਜਾਣੀਏ। ਅਸੀਂ ਪਾਣੀ ਦੀ ਟੈਂਕੀ ਬਣਾਈ ਹੈ, ਉਹਦੇ ਬਾਰੇ ਤਾਂ ਹੁਣ ਅਸੀਂ ਜਾਣਦੇ ਹਾਂ ਸਾਨੂੰ ਕਿੰਨਾ ਕੁ ਲੋੜ ਆ, ਅਸੀਂ ਉਨੀ ਕੁ ਬਣਾ ਲਈ। ਇਹ ਸਾਡੀ ਰਚਨਾ ਹੈ। ਅਸੀਂ ਛੋਟਾ ਜਿਹਾ ਘਰ ਬਣਾਇਆ, ਉਹਦੇ ਵਿੱਚ ਸਫਾਈ ਰੱਖਣੀ ਸਾਡਾ ਕੰਮ ਹੈ। ਪਰਮੇਸ਼ਰ ਨੇ ਸਾਰੀ ਸ੍ਰਿਸ਼ਟੀ ਬਣਾਈ ਹੈ, ਪਰ ਉਹਨੂੰ ਸ੍ਰਿਸ਼ਟੀ ਨੂੰ ਸਵਾਰਨਾ ਪਰਮੇਸ਼ਰ ਦੀ ਡਿਊਟੀ ਹੈ। ਉਹ ਕਿਵੇਂ ਕਰਵਾਉਂਦਾ, ਬੰਦਿਆਂ ਤੋਂ ਕਰਵਾਉਂਦਾ, ਉਹ ਉਹਦੀ ਖੇਡ ਹੈ, ਇਹ ਉਹਦੀ ਕਲਾ ਹੈ ਕਿ ਉਹ ਕਿਵੇਂ ਕਰਵਾ ਰਿਹਾ। ਸਾਡੇ ਕੋਲ ਵੀ ਸਾਡੀ ਕਲਾ ਹੈ, ਅਸੀਂ ਵੀ ਆਪਣੀ ਕਲਾ ਨਾਲ ਕਰੀਏ। ਸੋ ਮਨੁੱਖੀ ਬੁੱਧੀ ਤੋਂ ਪਰੇ ਹੈ ਸ੍ਰਿਸ਼ਟੀ ਦੀ ਰਚਨਾ। ਸ੍ਰਿਸ਼ਟੀ ਦੇ ਵਿੱਚ ਜੋ ਵੀ ਕੁਛ ਹੁਕਮ ਵਰਤ ਰਿਹਾ, ਹੇ ਮੇਰੇ ਮਨਾ, ਉਹ ਤੇਰੀ ਬੁੱਧੀ ਤੋਂ ਬਹੁਤ ਪਰੇ ਹੈ। ਬਸ ਦੇਖ ਕੇ ਪ੍ਰਸੰਨ ਰਹਿ, ਭਾਣੇ ਬਾਰੇ ਬੁੱਝ ਤੇ ਖੁਸ਼ ਰਹਿ। ਉਸ ਰਚਨਾ ਨੂੰ ਦੇਖ ਜੋ ਪਰਮੇਸ਼ਰ ਨੇ ਰਚੀ ਹੋਈ ਹੈ, ਉਹਦੇ ਵਿੱਚੋਂ ਆਪਣੇ ਅੰਦਰ ਵਿਚਾਰ ਕਰ ਕਿ ਕਿਵੇਂ ਫੁੱਲ ਨਿਕਲ ਜਾਂਦਾ, ਫੁੱਲ ਵਿੱਚ ਕਿਵੇਂ ਸੁਗੰਧੀ ਹੁੰਦੀ ਹੈ, ਫੁੱਲ ਤੋਂ ਕਿਵੇਂ ਫਲ ਬਣ ਜਾਂਦਾ, ਕਿਵੇਂ ਰਸ ਬਣਦਾ, ਉਹਦੀ ਵਿਚਾਰ ਨਾਲ ਆਪਣੇ ਅੰਦਰ ਕਰ। ਤੇਰੇ ਅੰਦਰੋਂ ਫੁੱਲ ਪੈਦਾ ਹੁੰਦਾ, ਚੰਗੇ ਵਿਚਾਰ ਪੈਦਾ ਹੁੰਦੇ ਆ। ਚੰਗੇ ਵਿਚਾਰਾਂ ਦੇ ਨਾਲ ਕਿਸੇ ਦੇ ਅੰਦਰ ਪ੍ਰੇਮ ਪੈਦਾ ਹੋਵੇ, ਇਹ ਫਲ ਲੱਗ ਰਿਹਾ। ਉਸ ਫਲ ਦੇ ਵਿੱਚੋਂ ਰਸ ਚੱਖ, ਕਿਸੇ ਨੂੰ ਸ਼ੁੱਧ ਗਿਆਨ ਦੇ, ਆਤਮਿਕ ਗਿਆਨ ਦੇ। ਉਹਦੇ ਫਲ ਦੇ ਅੰਦਰ ਵੀ ਰਸ ਪਵੇ, ਤੇਰੇ ਫਲ ਦੇ ਅੰਦਰ ਵੀ ਰਸ ਪਵੇ। ਉਸ ਰਸ ਨੂੰ ਪ੍ਰਾਪਤ ਹੋ ਕੇ ਪ੍ਰਸੰਨ ਹੋ।
ਸੋ ਇੱਥੋਂ ਤੱਕ ਹੀ ਅੱਜ ਦੀ ਜੋ ਵਿਚਾਰ ਸੀ ਆਪਾਂ ਨੇ ਕੀਤੀ। ਪਾਤਸ਼ਾਹ ਕਹਿੰਦੇ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵੇ ਇੱਕ ਵਾਰ। ਕਹਿੰਦੇ ਇੱਕ ਵਾਰ ਦੇ ਵਿੱਚ ਦਾ ਕੀ ਵਰਣਨ ਕਰਾਂਗੇ। ਆ ਜਿਹੜਾ ਮਨੁੱਖਾ ਤਨ ਵਿੱਚ ਹੁਣ ਸੋਝੀ ਆਈ ਹੈ ਤੇ ਸਰੀਰ ਦੇ ਵਿੱਚ ਤਾਂ ਸਮਾਂ ਹੀ ਬਹੁਤ ਥੋੜਾ ਹੈ, ਕਿੰਨੀ ਕੁ ਵਿਚਾਰ ਕਰ ਲਾਂਗੇ ਕਹਿੰਦੇ ਅਸੀਂ। ਪਰ ਫਿਰ ਵੀ ਜਿੰਨੀ ਕੁ ਪਰਮੇਸ਼ਰ ਨੇ ਕਰਵਾਈ ਹੈ, ਪਿੱਛੋਂ ਉਹਨੇ ਕਿਹਾ ਉਨੀ ਕੁ ਕੀਤੀ ਹੈ। ਪਰ ਵਰਣਨ ਫਿਰ ਵੀ ਨਹੀਂ ਕੀਤਾ ਜਾ ਸਕਦਾ, ਦੱਸਿਆ ਫਿਰ ਵੀ ਪੂਰਾ ਨਹੀਂ ਜਾ ਸਕਦਾ, ਪਰ ਦੱਸ ਵੀ ਬਹੁਤ ਕੁਝ ਦਿੱਤਾ। ਇੰਨਾ ਕੁਝ ਦੱਸ ਕੇ ਵੀ ਪਾਤਸ਼ਾਹ ਨੇ ਆਖਿਆ ਵੀ ਉਹ ਬੇਅੰਤ ਹੈ, ਉਹ ਨੇਤ ਹੈ, ਉਹ ਅਨੰਤ ਕਹਿ ਕੇ ਹੀ ਖੜਾ ਛੁੱਟਦਾ। ਉਹਦੇ ਬਾਰੇ ਕੋਈ ਪੱਕਾ ਦਾਅਵਾ ਨਹੀਂ ਕੀਤਾ ਜਾ ਸਕਦਾ। ਬਸ ਇੰਨਾ ਹੀ ਹੈ ਵੀ ਜੋ ਉਹਨੇ ਕੀਤਾ ਚੰਗਾ ਹੀ ਕੀਤਾ। ਜੇ ਘਾਹ ਦਾ ਤਿਨਕਾ ਵੀ ਬਣਾਇਆ ਤਾਂ ਇਹਦੇ ਵਿੱਚ ਵੀ ਕਿਸੇ ਦਾ ਫਾਇਦਾ ਹੈ। ਜੇ ਐਡੇ ਐਡੇ ਦਰਖਤ ਬਣਾਤੇ ਉਹਦੇ ਵਿੱਚ ਵੀ ਕੋਈ ਫਾਇਦਾ ਹੈ। ਇਹ ਉਹਦੀ ਰਜ਼ਾ ਹੈ। ਬਸ ਇਹਨੂੰ ਦੇਖ ਕੇ ਅਸੀਂ ਖੁਸ਼ ਹੋਣਾ। ਜਿੰਨਾ ਅਸੀਂ ਪ੍ਰਸੰਨ ਹੋਵਾਂਗੇ ਉਨਾ ਹੀ ਸਾਡੇ ਤੇ ਕਿਰਪਾ ਹੁੰਦੀ ਜਾਵੇਗੀ। ਸੋ ਇੱਥੋਂ ਤੱਕ ਕਿ ਅੱਜ ਦੀ ਵਿਚਾਰ ਸੀ ਜੋ ਗੁਰ ਕਿਰਪਾ ਦੁਆਰਾ ਕੀਤੀ ਗਈ ਹੈ। ਅਗਲੇ ਸ਼ਬਦ ਦੀ ਵਿਚਾਰ ਜੇ ਗੁਰ ਨੇ ਚਾਹਿਆ ਫਿਰ ਕੀਤੀ ਜਾਵੇਗੀ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ